ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਾਵਨ ਗੁਰਬਾਣੀ ਦਾ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਸਤਿਗੁਰੂ ਜੀ ਦੀ ਗੁਰਬਾਣੀ ਦੇ ਅੰਦਰ ਗੁਰੂ ਦੇ ਉਪਦੇਸ਼, ਗਿਆਨ ਰੂਪੀ ਮੋਤੀ, ਸਤਿਗੁਰੂ ਜੀ ਦੀਆਂ ਸਿੱਖਿਆਵਾਂ ਸਿੱਖ ਕੇ ਹਿਰਦੇ ਵਿੱਚ ਧਾਰਨ ਕਰਕੇ ਜੀਵਨ ਜਿਉ ਸਕੀਏ, ਯਤਨ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 45, ਅੰਗ 45, ਸ੍ਰੀ ਰਾਗ ਦਾ 79ਵਾਂ ਸ਼ਬਦ 79th, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 9ਵਾਂ ਸ਼ਬਦ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ। ਇੱਕ ਪਛਾਣੂ ਜੀਅ ਕਾ ਇੱਕੋ ਰੱਖਣ ਹਾਰ। ਪਛਾਣੂ ਪੁੱਛਦੇ, ਇਸ ਸ਼ਹਿਰ ਵਿੱਚ, ਇਸ ਪਿੰਡ ਵਿੱਚ ਤੈਨੂੰ ਤੇਰੇ ਕੋਈ ਜਾਣ ਪਹਿਚਾਣ ਵਾਲਾ ਹੈ, ਯਾਨੀ ਮਿੱਤਰ। ਇੱਕੋ ਇੱਕ ਵਾਹਿਗੁਰੂ ਜੀ ਹੀ ਪਰਮ ਮਿੱਤਰ ਨੇ। ਰੱਖਣਹਾਰ, ਬੁਰੀਆਂ ਆਦਤਾਂ ਤੋਂ ਵਾਹਿਗੁਰੂ ਜੀ ਹੀ ਬਚਾਵਣ ਵਾਲੇ ਨੇ। ਇੱਕ ਸਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਪ੍ਰਾਣ ਅੰਦਰਲਾ ਜੀਵਨ, ਮਨ ਵਿਚਾਰਧਾਰਾ ਵਾਹਿਗੁਰੂ ਜੀ ਦਾ ਹੀ ਓਟ ਆਸਰਾ ਹੈ, ਵਾਹਿਗੁਰੂ ਜੀ ਦੀ ਹੀ ਟੇਕ ਹੈ। ਸੁਭਾਅ ਸੋਚ ਨੂੰ ਸੰਵਾਰਨ ਤੇ ਸ਼ਿੰਗਾਰਨ ਲਈ, ਜੀਵਨ ਨੂੰ ਸਫਲ ਕਰਨ ਦੇ ਲਈ ਵਾਹਿਗੁਰੂ ਜੀ ਦੀ ਹੀ ਓਟ, ਵਾਹਿਗੁਰੂ ਜੀ ਦਾ ਹੀ ਆਸਰਾ ਹੈ। ਇਸ ਸ਼ਰਣਾਈ ਸਦਾ ਸੁਖ, ਪਾਰ ਬ੍ਰਹਮ ਕਰਤਾਰ। ਵਾਹਿਗੁਰੂ ਜੀ ਦੀ ਸ਼ਰਨ ਪੈਣਾ, ਡੈਡੀਕੇਟਡ, ਫੁਲੀ ਸਰੈਂਡਰ। ਔਖਾ ਤਰੀਕਾ, ਜੋ ਗੁਰੂ ਸਾਹਿਬ ਕਰਮ ਕਰਨ ਨੂੰ ਕਹਿੰਦੇ ਨੇ, ਉਹ ਕਰਨੇ ਹੀ ਕਰਨੇ ਨੇ। ਜੋ ਗੁਰੂ ਸਾਹਿਬ ਕਹਿੰਦੇ ਨੇ ਆ ਨਹੀਂ ਕਰਨਾ, ਉਹ ਬਿਲਕੁਲ ਹੀ ਨਹੀਂ ਕਰਨਾ। ਸਰੈਂਡਰ ਹੋਣ ਦਾ, ਸਮਰਪਿਤ ਹੋਣ ਦਾ ਇਹ ਤਰੀਕਾ ਹੈ। ਪਾਰ ਬ੍ਰਹਮ ਕਰਤਾਰ ਵਾਹਿਗੁਰੂ ਜੀ ਦੇ ਸਮਰਪਿਤ ਹੋ ਕੇ ਇੱਕ ਸੁੱਖ ਮਿਲਦਾ ਹੈ, ਆਨੰਦ ਮਿਲਦਾ। ਦੁਨੀਆ ਦੇ ਹਰ ਉਤਰਾਅ ਚੜਾਅ ਦੇ ਵਿੱਚ ਆਪਣੀਆਂ ਭਾਵਨਾਵਾਂ, ਜਜ਼ਬਾਤਾਂ, ਚਿੰਤਾਵਾਂ, ਉਹਨੂੰ ਮੈਨੇਜ ਕਰਕੇ ਅੰਦਰ ਆਨੰਦ ਵਿੱਚ ਰਹਿਣਾ ਵਾਹਿਗੁਰੂ ਜੀ ਨੇ ਸਿਖਾਉਣਾ। ਸੰਤੁਸ਼ਟੀ ਦੇ ਵਿੱਚੋਂ ਨਿਕਲਦਾ ਉਹ, ਸਬਰ ਸੰਤੋਖ ਦੇ ਗੁਣ ਦੇ ਫਲ ਬਣਦਾ ਉਹ। ਮਨ ਮੇਰੇ ਸਗਲ ਉਪਾਵ ਤਿਆਗ। ਐ ਮਨਾ, ਚੁਸਤ ਚਲਾਕੀਆਂ, ਬੁਰੀਆਂ ਆਦਤਾਂ, ਕੁਸੰਗ ਦੇ
ਕੁਸੰਗੀ ਰਸਾਂ ਕਸਾਂ ਨੂੰ ਤਿਆਗ ਦੇ। ਇਹ ਉਮੀਦਾਂ ਤਿਆਗ ਦੇ ਕਿ ਪੈਸੇ ਵਿੱਚੋਂ ਸੁੱਖ ਮਿਲੇਗਾ। ਇਹ ਉਮੀਦਾਂ ਤਿਆਗ ਦੇ ਕਿ ਪ੍ਰਾਪਰਟੀ ਬਣਾ ਕੇ ਅੰਦਰੋਂ ਸੁਖੀ ਹੋ ਜਾਵਾਂਗੇ। ਉਹ ਸਾਰੇ ਯਤਨ ਦੁਨਿਆਵੀ ਨੇ। ਅੰਦਰ ਸੁਭਾਅ ਤੇ ਸੋਚ ਨੂੰ ਸ਼ਿੰਗਾਰਨ ਦੇ ਲਈ ਜਿਹੜਾ ਯਤਨ ਹੈ ਨਾ, ਉਹ ਸੁਣ। ਗੁਰ ਪੂਰਾ ਆਰਾਧ ਨਿਤ, ਇਕ ਸਕੀਲ ਬਿਲਾਗ ਰਹਾਓ। ਪਾਵਨ ਸ਼੍ਰੀ ਗੁਰਬਾਣੀ ਦੇ ਦੀਦਾਰ ਕਰਦੇ ਹਾਂ, ਅੰਦਰ ਝਾਤੀ ਮਾਰ ਗੁਰੂ ਸਾਹਿਬ ਕੀ ਕਹਿ ਰਹੇ ਨੇ। ਗੁਰੂ ਸਾਹਿਬ ਇੱਕ ਟੈਕਨੀਕ ਦੱਸ ਰਹੇ ਨੇ, ਇੱਕ ਗੁਰ ਦੱਸ ਰਹੇ ਨੇ, ਗੁਰ ਦੇ ਰਹੇ ਨੇ। ਉਸ ਉਪਦੇਸ਼ ਨੂੰ, ਸਿੱਖਿਆ ਨੂੰ ਮੰਨਣਾ ਹੀ ਗੁਰਪੂਰੇ ਦੀ ਆਰਾਧਨਾ ਹੈ। ਨਿਤ ਹਰ ਵੇਲੇ ਉਸ ਨਾਲ ਪਿਆਰ ਹੋਵੇ, ਆਪਣੇ ਗੁਰੂ ਸਾਹਿਬ ਨਾਲ ਪਿਆਰ ਹੋਵੇ, ਹਰ ਵੇਲੇ ਲਿਵ ਲੱਗੀ ਹੋਵੇ, ਗੂੜਾ ਪਿਆਰ। ਰਹਾਓ ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ, ਮੇਨ ਉਪਦੇਸ਼ ਹੈ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ। ਵਾਹਿਗੁਰੂ ਜੀ ਮਾਤਾ ਵੀ ਨੇ, ਪਿਤਾ ਵੀ ਨੇ, ਭਰਾ ਵੀ ਨੇ, ਮਿੱਤਰ ਵੀ ਨੇ। ਕੁਝ ਇਸ ਤਰ੍ਹਾਂ ਦੀ ਮਦਦ ਜ਼ਿੰਦਗੀ 'ਚ ਹੁੰਦੀ ਹੈ ਜਿਹੜੀ ਮਿੱਤਰ ਕਰਦੇ ਨੇ, ਪਰ ਕਦੀ ਕਦਾਈ ਮਿੱਤਰ ਵੀ ਸਾਥ ਛੱਡ ਜਾਂਦੇ। ਵਾਹਿਗੁਰੂ ਜੀ ਮਿੱਤਰਾਂ ਤੋਂ ਵੀ ਅੱਗੇ ਵੱਧ ਕੇ ਬਖਸ਼ਿਸ਼ਾਂ ਵੀ ਦਿੰਦੇ ਨੇ, ਓਟ ਆਸਰਾ ਵੀ ਦਿੰਦੇ ਨੇ, ਹੌਸਲਾ ਵਿਸ਼ਵਾਸ ਵੀ ਦਿੰਦੇ ਨੇ, ਤੇ ਮਦਦ ਵੀ ਕਰਦੇ ਨੇ। ਫਿਰ ਭਰਾ ਹੈ, ਭਰਾ ਨਾਲ ਭਾਵੇਂ ਨਾ ਬਣਦੀ ਹੋਵੇ, ਮਨ ਮੁਟਾਵ ਹੋਵੇ, ਔਖੇ ਸਮੇਂ ਤੇ ਭਰਾ ਆ ਕੇ ਖੜਦਾ ਹੈ, ਪਰ ਕਦੀ ਕਦਾਈ ਭਰਾ ਵੀ ਸਾਥ ਛੱਡ ਸਕਦਾ ਹੈ। ਵਾਹਿਗੁਰੂ ਜੀ ਭਰਾ ਵਾਲਾ ਰੋਲ ਵੀ ਨਿਭਾਉਂਦੇ ਨੇ, ਮਦਦਗਾਰ ਹੁੰਦੇ ਨੇ। ਮਾਤਾ ਪਿਤਾ ਹਰ ਹਾਲਾਤ ਵਿੱਚ ਆਪਣੀ ਸੰਤਾਨ ਦਾ ਭਲਾ ਲੋਚਦੇ ਨੇ, ਉਹਨਾਂ ਲਈ ਅਰਦਾਸਾਂ ਕਰਦੇ ਨੇ, ਉਹਨਾਂ ਦੇ ਮਦਦਗਾਰ ਬਣਦੇ ਨੇ। ਤੇ ਵਾਹਿਗੁਰੂ ਜੀ ਐਸੇ ਮਾਤਾ ਪਿਤਾ ਨੇ ਜਿਹੜੇ ਹਰ ਵੇਲੇ ਸਾਡੇ ਸੋਚ ਸੁਭਾਅ ਨੂੰ ਸ਼ਿੰਗਾਰਦੇ ਨੇ। ਦੁਨਿਆਵੀ ਮਾਪੇ ਅਰਦਾਸਾਂ ਕਰਦੇ ਨੇ, ਵਾਹਿਗੁਰੂ ਜੀ ਐਸੇ ਮਾਤਾ ਪਿਤਾ ਹੈ ਜੋ ਅਸੀਸਾਂ ਦਿੰਦੇ ਨੇ, ਬਖਸ਼ਿਸ਼ ਦਿੰਦੇ ਨੇ, ਮਦਦਗਾਰ ਨੇ। ਭਾਵ ਸਾਰੇ ਰਿਸ਼ਤਿਆਂ ਤੋਂ ਉੱਪਰ ਹੈ ਵਾਹਿਗੁਰੂ ਜੀ ਦਾ ਰਿਸ਼ਤਾ। ਇੱਕ ਸਕੀ ਮਨ ਟੇਕ ਹੈ, ਜੀ ਜਿਨ ਜੀਓ ਪਿੰਡ ਦਿੱਤਾ। ਵਾਹਿਗੁਰੂ ਜੀ ਤੇ ਹੀ ਓਟ ਆਸਰਾ ਹੈ, ਵਾਹਿਗੁਰੂ ਜੀ ਤੇ ਹੀ ਟੇਕ ਹੈ। ਉਹਨਾਂ ਨੇ ਇਹ ਸਰੀਰ ਰੂਪੀ ਪਿੰਡ ਵੀ ਦਿੱਤਾ, ਤੇ ਪਿੰਡ ਦੇ ਅਰਥ ਹੈ ਸਰੀਰ, ਸਟਰਕਚਰ, ਬੋਡੀ ਸਟਰਕਚਰ। ਇਹਦੇ ਅੰਦਰ ਜਿਹੜਾ ਜੀਵਨ ਹੈ, ਸੁਭਾਅ ਹੈ, ਸੋਚ ਹੈ, ਸਵਾਸ ਨੇ, ਇਹ ਵੀ ਵਾਹਿਗੁਰੂ ਜੀ ਨੇ ਦਿੱਤਾ। ਜਿਉਂ ਹੀ ਅਹਿਸਾਸ ਹੋਏਗਾ ਵਾਹਿਗੁਰੂ ਜੀ ਦਾ ਪਿਆਰ ਜਾਗੇਗਾ। ਇਹ ਅਹਿਸਾਸ ਬਣਾ ਕੇ ਰੱਖਣਾ, ਯਤਨ ਕਰਨੇ ਨੇ। ਸੋ ਪ੍ਰਭ ਮਨ ਹੋ ਨ ਵਿਸਰੈ, ਜਿਨ ਸਭ ਕਿਛ ਵਸ ਕੀਤਾ। ਵਾਹਿਗੁਰੂ ਜਿਸ ਵਾਹਿਗੁਰੂ ਜੀ ਨੇ ਆਪਣੀ ਮਰਿਆਦਾ, ਆਪਣੇ ਨਿਜ਼ਮ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਜੋ ਪ੍ਰੋਸੈਸ ਬਣਾਇਆ ਵਾਹਿਗੁਰੂ ਜੀ, ਉਹਦੇ ਵਿੱਚ ਇਸ ਦੁਨੀਆ ਦੇ ਹਰ ਵਰਤਾਰੇ ਨੂੰ ਕੰਟਰੋਲ ਕੀਤਾ ਹੋਇਆ ਹੈ। ਤੁਸੀਂ ਦੇਖੋਗੇ ਵੱਡੇ ਵੱਡੇ ਵਰਤਾਰੇ ਵਰਤਦੇ ਨੇ, ਵੱਡੀ ਵੱਡੀ ਮੂਵਮੈਂਟ ਬਣਦੀ ਹੈ, ਉਹ ਕਾਮਯਾਬ ਹੋਏਗੀ ਕਿ ਫੇਲ ਹੋਏਗੀ ਕੋਈ ਵੀ ਦਾਵਾ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਲਾ ਵਰਤਾ ਦਿੰਦੇ ਨੇ, ਸਫਲ ਹੋ ਜਾਂਦੀ ਹੈ। ਵਾਹਿਗੁਰੂ ਜੀ ਦੇ ਨੈਟਵਰਕ ਅਨੁਸਾਰ ਮੂੰਹ ਵੀ ਡਿੱਗ ਸਕਦੀ ਹੈ। ਇਸ ਲਈ ਸਭ ਕੁਝ ਨੂੰ ਵਾਹਿਗੁਰੂ ਜੀ ਨੇ ਆਪਣੇ ਨਿਜ਼ਮ ਦੇ ਕੰਟਰੋਲ ਵਿੱਚ ਰੱਖਿਆ। ਐਸੇ ਵਾਹਿਗੁਰੂ ਜੀ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ। ਭਾਵ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਜਿਉਣਾ ਹੈ। ਘਰ ਇੱਕੋ, ਬਾਹਰ ਇੱਕੋ, ਥਾਨ ਥਨੰਤਰ ਆਪ। ਹਿਰਦੇ ਰੂਪੀ ਘਰ ਦੇ ਵਿੱਚ ਅੰਦਰ ਵੀ ਵਾਹਿਗੁਰੂ ਜੀ ਬੈਠੇ ਨੇ, ਬਾਹਰ ਵੀ ਹਰ ਵਰਤਾਰਾ ਵਾਹਿਗੁਰੂ ਜੀ ਦਾ ਵਰਤ ਰਿਹਾ। ਥਾਨ ਥਨੰਤਰ ਹਰ ਥਾਂ ਤੇ।
ਵਾਹਿਗੁਰੂ ਜੀ ਦੀਆਂ ਸ਼ਕਤੀਆਂ ਦੇ ਵਰਤਾਰੇ ਵਰਤ ਰਹੇ ਨੇ, ਵਾਹਿਗੁਰੂ ਜੀ ਦੇ ਨਿਯਮ ਦੇ ਵਰਤਾਰੇ ਵਰਤ ਰਹੇ ਨੇ, ਵਾਹਿਗੁਰੂ ਜੀ ਦੇ ਗੁਣਾਂ ਦੇ ਵਰਤਾਰੇ ਵਰਤ ਰਹੇ ਨੇ ਤੇ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਵਰਤਾਰੇ ਵਰਤ ਰਹੇ ਨੇ। ਜੀਅ ਜੰਤ ਸਭ ਜਿਨ ਕੀਏ, ਆਠ ਪਹਿਰ ਤਿਸ ਜਾਪ। ਜਿਸ ਵਾਹਿਗੁਰੂ ਜੀ ਨੇ ਸਾਰੇ ਜੀਵ ਜੰਤੂ ਪੈਦਾ ਕੀਤੇ ਨੇ, ਉਸ ਵਾਹਿਗੁਰੂ ਜੀ ਨੂੰ ਆਠ ਪਹਿਰ ਦੇ ਅਰਥ ਹੈ ਹਰ ਵੇਲੇ ਸਮਰਪਿਤ ਹੋ ਕੇ ਜੀਵਨ ਜਿਉ ਜਪਣਾ, ਫੁਲੀ ਸਰੈਂਡਰ ਹੋ ਜਾਣਾ, ਫੁਲੀ ਡੈਡੀਕੇਟਡ ਹੋ ਜਾਣਾ, ਕਰਮ ਕਰਨੇ ਨੇ, ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਇਹ ਸੋਚ ਕੇ ਇਸ ਤਰ੍ਹਾਂ ਮਹਿਸੂਸ ਕਰਨਾ ਹੈ, ਅੰਦਰ ਅਹਿਸਾਸ ਹੋਵੇ, ਰਿਅਲਾਈਜ਼ ਹੋਵੇ, ਅੰਦਰ ਫੀਲਿੰਗ ਬਣੇ ਕਿ ਮੇਰੇ ਵਾਹਿਗੁਰੂ ਜੀ ਦੀ ਦਿੱਤੀ ਹੋਈ ਜ਼ਿੰਮੇਵਾਰੀ ਨਿਭਾ ਰਿਹਾ। ਦੁਨਿਆਵੀ ਕਰਮ ਕਰਦਿਆਂ ਵੀ ਤੂੰ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਗਿਆ। ਜਦੋਂ ਉਹ ਕਰਮ ਕਰਦੇ ਆ ਸਫਲ ਹੋ ਜਾਵੇਂ, ਕ੍ਰੈਡਿਟ ਵਾਹਿਗੁਰੂ ਜੀ ਨੂੰ ਦੇਵੇਂ। ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਸਫਲਤਾਵਾਂ ਨੇ। ਦਿਨ ਰਾਤ ਇਸ ਤਰ੍ਹਾਂ ਜਿਉਂ, ਇੱਕ ਸਸੇਤੀ ਰਤਿਆਂ ਨਾ ਹੋਵੀ ਸੋਗ ਸੰਤਾਪ। ਜੇ ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਰੰਗਿਆ ਹੋਏਗਾ ਨਾ, ਸੋਗ ਹੁੰਦਾ ਚਿੰਤਾ, ਇਹ ਅਣਹੋਈਆਂ ਚਿੰਤਾਵਾਂ ਤੋਂ ਬਚ ਜਾਏਗਾ। ਸੰਤਾਪ ਕਲੇਸ਼ ਝਗੜਿਆਂ ਦੀ ਧਿਰ ਨਹੀਂ ਬਣੇਗਾ ਬਾਹਰਲੀ ਜੀਵਨ ਵਿੱਚ, ਤੇ ਅੰਦਰ ਇਹਨੂੰ ਸੰਤਾਪ, ਦੁੱਖ, ਦਰਦ, ਦੁਨਿਆਵੀ ਹਾਲਾਤਾਂ ਕਰਕੇ ਇਹ ਅੰਦਰੋਂ ਦੁਖੀ ਨਹੀਂ ਹੋਏਗਾ। ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਇ। ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਜੋ ਜ਼ਿੰਦਗੀ ਦੇ ਵਿੱਚ ਜੀਵਨ ਨੂੰ ਸਫਲ ਕਰਨ ਵਾਲੇ ਵਾਹਿਗੁਰੂ ਜੀ ਨੇ, ਸ਼ੁਕਰਾਨੇ ਦੀ ਦਾਤ ਦੇਣ ਵਾਲੇ ਵਾਹਿਗੁਰੂ ਜੀ ਨੇ, ਆਪਣੀ ਮਿੱਠੀ ਮਿੱਠੀ ਯਾਦ ਦਾ ਰਸ ਦੇਣ ਵਾਲੇ ਵਾਹਿਗੁਰੂ ਜੀ ਨੇ, ਭੈ ਭਾਵਨੀ ਦੇਣ ਵਾਲੇ ਵਾਹਿਗੁਰੂ ਜੀ ਨੇ, ਉਹਨਾਂ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ। ਜਿਉ ਪਿੰਡ ਸਭ ਤਿਸ ਕਾ, ਜੋ ਤਿਸ ਭਾਵੈ ਸੋ ਹੋਏ। ਇਹ ਜੀਵਨ, ਇਹ ਸਰੀਰ, ਜਿਉ ਪਿੰਡ ਜਿੱਥੇ ਸ਼ਬਦ ਹੁੰਦਾ ਹੈ, ਅੰਦਰਲਾ ਸੁਭਾਅ, ਸੋਚ, ਭਾਵਨਾ ਮਿਲਾ ਕੇ ਜੋ ਜੀਵਨ ਹੈ ਅੰਦਰਲਾ, ਉਹਨੂੰ ਜਿਉ ਕਿਹਾ, ਤੇ ਪਿੰਡ ਸਰੀਰ ਨੂੰ ਕਿਹਾ। ਅੰਦਰਲਾ ਤੇ ਬਾਹਰਲਾ ਜੀਵਨ ਜਿਸ ਵਾਹਿਗੁਰੂ ਜੀ ਨੇ ਦਿੱਤਾ ਹੈ, ਉਹਦੀ ਰਜ਼ਾ ਵਿੱਚ, ਉਹਦੇ ਨਿਯਮ ਵਿੱਚ ਸਭ ਕੁਝ ਚੱਲ ਰਿਹਾ ਹੈ। ਉਸ ਨਿਯਮ ਦੀ ਵਿਆਖਿਆ ਜਪਜੀ ਸਾਹਿਬ ਵਿੱਚ ਕਰਕੇ ਸਤਿਗੁਰਾਂ ਇਹ ਵੀ ਕਿਹਾ ਸੀ ਕਿ ਉਸ ਹੁਕਮ ਨੂੰ ਫੁਲੀ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਉਹਦੀ ਪੂਰੀ ਵਿਆਖਿਆ ਨਹੀਂ ਹੋ ਸਕਦੀ, ਫੁਲੀ ਐਕਸਪਲੇਨੇਸ਼ਨ ਨਹੀਂ ਹੋ ਸਕਦੀ, ਕੰਪਲੀਟ ਐਕਸਪਲੇਨੇਸ਼ਨ ਹੋ ਹੀ ਨਹੀਂ ਸਕਦੀ, ਫਾਈਨਲ ਵਰਜ਼ਨ ਕੋਈ ਵੀ ਨਹੀਂ। ਜਿੰਨੀ ਕੁ ਸਮਝ ਆਉਂਦੀ ਉਤਨਾ ਕੁ ਸਮਝਾ ਲਿਆ। ਤੇ ਨਾਲੇ ਵੀ ਕਿਹਾ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਉਸ ਨੂੰ ਸਮਝਣਾ ਹੈ, ਫੋਲੋ ਕਰਨਾ ਹੈ, ਉਸ ਦੇ ਨਿਯਮ ਅਨੁਸਾਰ ਜੋ ਵਾਹਿਗੁਰੂ ਜੀ ਨੂੰ ਪਾਉਂਦਾ ਉਹੀ ਵਾਪਰਦਾ। ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਜਦੋਂ ਇਹ ਮਨ ਪੂਰੇ ਗੁਰੂ ਨੂੰ ਸਮਰਪਿਤ ਹੋ ਜਾਂਦਾ, ਸਮਰਪਿਤ ਹੋਣਾ ਕੀ ਹੈ? ਗੁਰੂ ਦਾ ਹੁਕਮ ਮੰਨਣਾ। ਇਸ ਲਈ ਅਰਥਾਂ ਸਮੇਤ ਸਹਿਜ ਪਾਠ ਮਨ ਨੂੰ ਹੁਲਾਰਾ ਦਿੰਦਾ ਹੈ, ਗੁਰੂ ਦੇ ਉਪਦੇਸ਼ਾਂ ਦੀ, ਗੁਰੂ ਦੇ ਹੁਕਮਾਂ ਦੀ ਸਮਝ ਆਉਂਦੀ ਹੈ। ਆਮ ਤੇ ਅਸੀਂ ਉੱਪਰੋਂ ਸਿੱਖਿਆਵਾਂ ਚੁੱਕ ਲੈਂਦੇ ਹਾਂ, ਆਪਣੇ ਅੰਦਰ ਬੈਠੀ ਹੋਈ ਨਫ਼ਰਤ, ਜੈਲਸ ਦੀ ਭਾਵਨਾ ਸਮਝਣੀ ਨਹੀਂ ਆਉਂਦੀ। ਇਹ ਗੱਲ ਯਾਦ ਰੱਖਿਓ, ਅੰਦਰ ਨਫ਼ਰਤ ਹੁੰਦੀ ਹੈ, ਆਪ ਨੂੰ ਪਤਾ ਨਹੀਂ ਲੱਗਦਾ। ਕਿਉਂ? ਕਦੀ ਸਿੱਖਿਆ ਹੀ ਨਹੀਂ ਆਪਣੀ ਨਫ਼ਰਤ ਨੂੰ ਪਰਖਣ ਵਾਸਤੇ। ਸਿੱਖਣ ਵਾਸਤੇ ਕੁਝ ਨਿਸ਼ਾਨੀਆਂ ਨੇ ਜਿਹੜੀਆਂ ਆਪਣੇ ਅੰਦਰ ਪਰਖਣੀਆਂ ਨੇ। ਆਪ ਹੀ ਪਰਖ ਸਕਦਾ ਹੈ, ਦੂਸਰਾ ਨਹੀਂ। ਜਦੋਂ ਕਿਸੇ ਬੰਦੇ ਦੇ ਛੋਟੀਆਂ-ਛੋਟੀਆਂ ਭੁੱਲਾਂ ਨੂੰ, ਛੋਟੀਆਂ-ਛੋਟੀਆਂ ਗਲਤੀਆਂ ਨੂੰ ਅਸੀਂ ਪਕੜ ਕੇ ਉਛਾਲਦੇ ਹਾਂ, ਉਹਦੇ ਚੰਗੇ ਕਰਮਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਉਹਦੇ ਪਰਉਪਕਾਰ ਨੂੰ ਅਸੀਂ ਦੇਖਦੇ ਹੀ ਨਹੀਂ। ਬਸ ਅੰਦਰ ਦੋ ਚੀਜ਼ਾਂ ਨੇ ਜਿਹੜੀਆਂ ਲੱਭਣੀਆਂ, ਜਾਂ ਤਾਂ ਜੈਲਸ ਹੈ ਜਾਂ ਨਫ਼ਰਤ ਹੈ। ਇਹਦੀ ਹੋਰ ਇੱਕ ਨਿਸ਼ਾਨੀ ਹੈ,
ਜਿਹਦੇ ਚੰਗੇ ਕੰਮਾਂ ਦੀ ਉਤਨੀ ਚਰਚਾ ਨਹੀਂ ਕਰ ਰਿਹਾ ਤੂੰ, ਉਹਦੇ ਪਰਉਪਕਾਰ ਦੀ ਚਰਚਾ ਨਹੀਂ ਕਰ ਰਿਹਾ, ਤੂੰ ਕੇਵਲ ਉਹਦੀਆਂ ਛੋਟੀਆਂ-ਛੋਟੀਆਂ ਭੁੱਲਾਂ ਨੂੰ, ਗਲਤੀਆਂ ਨੂੰ, ਕਮਜ਼ੋਰੀਆਂ ਨੂੰ ਦੇਖ-ਦੇਖ ਕੇ ਉਛਾਲਦਾ ਹੈ ਨਾ, ਜੇ ਤਾਂ ਤੇਰੀ ਉਹਦੇ ਨਾਲ ਬਣਦੀ ਹੈ, ਫਿਰ ਤਾਂ ਜੈਲਸ ਹੋਇਆ ਵੇ, ਜੇ ਨਹੀਂ ਬਣਦੀ, ਫਿਰ ਨਫ਼ਰਤ ਵਿੱਚ ਹੈ। ਐਸੀਆਂ ਸਿੱਖਿਆਵਾਂ ਮੇਰੇ ਗੁਰੂ ਪਾਤਸ਼ਾਹ ਦੀ ਪਾਵਨ ਗੁਰਬਾਣੀ ਨੇ ਦੇਣੀਆਂ। ਮੇਰੇ ਪੂਰੇ ਗੁਰੂ ਨੇ ਇਹ ਸਿੱਖਿਆਵਾਂ ਦੇਣੀਆਂ ਨੇ। ਇਹਨੂੰ ਮੰਨਣਾ ਗੁਰਪੂਰਾ ਹੈ। ਜਿਨ੍ਹਾਂ ਨੇ ਮੰਨਿਆ ਨਾ, ਪੂਰਾ ਭਇਆ, ਉਹ ਗੁਣਾਂ ਨਾਲ ਮੁਕੰਮਲ ਹੋ ਜਾਂਦਾ ਹੈ, ਅੰਦਰ ਗੁਣ ਆ ਜਾਂਦੇ, ਉਹ ਆਦਤਾਂ ਛੱਡ ਦਿੰਦਾ ਹੈ, ਵਿਚਾਰਧਾਰਾ ਬਦਲ ਜਾਏਗੀ, ਸੋਚ ਬਦਲ ਜਾਏਗੀ। ਮਨਾ ਜੇ ਕਿਸੇ ਦਾ ਕੋਈ ਕਰਮ ਚੰਗਾ ਨਹੀਂ ਲੱਗਦਾ, ਆਪਣੇ ਮਨ ਅੰਦਰ ਨਫ਼ਰਤ ਦੀ ਮੈਲ ਕਿਉਂ ਰੱਖੀਏ? ਨਿੰਦਾ ਕਰਕੇ ਆਪਣੀ ਜ਼ੁਬਾਨ ਵਿੱਚ ਮੈਲ ਕਿਉਂ ਰੱਖੀਏ? ਉਹਦੇ ਚੰਗੇ ਕਰਮਾਂ ਨੂੰ ਦੇਖੀਏ। ਕੋਈ ਵੀ ਪਰਫੈਕਟ ਨਹੀਂ ਹੁੰਦਾ। ਜੋ ਚੰਗੇ ਕੰਮ ਕਰ ਰਿਹਾ ਹੈ, ਉਹਨੂੰ ਸਤਿਕਾਰ ਦੇਣਾ ਹੈ, ਉਹਦੀ ਸਪੋਰਟ ਕਰਨੀ ਹੈ। ਐਸੀ ਭਾਵਨਾ ਬਣ ਜਾਏਗੀ, ਐਸੀ ਸੋਚ ਆ ਜਾਏਗੀ। ਇੱਕ ਨਹੀਂ, ਦੋ ਨਹੀਂ, ਅਣਗਿਣਤ ਗੁਣ ਅੰਦਰ ਭਰਦੇ ਜਾਣਗੇ। ਪੂਰਾ ਭਇਆ ਦੇ ਅਰਥ ਅੰਦਰ ਗੁਣਾਂ ਨਾਲ ਭਰਦਾ ਜਾਏਗਾ। ਜਪ ਨਾਨਕ ਸੱਚਾ ਸੋਏ। ਸੱਚੇ ਵਾਹਿਗੁਰੂ ਜੀ ਨੂੰ ਜਪ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਹਰ ਵੇਲੇ ਜਿਉਣਾ, ਹਰ ਵੇਲੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਰਸ ਵਿੱਚ ਜਿਉਣਾ, ਤੇ ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ, ਇਹ ਰੱਬ ਨੂੰ ਜਪਣਾ ਹੈ। ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਮੰਨਣਾ ਤੇ ਹਰ ਵੇਲੇ ਗੁਰੂ ਸਾਹਿਬ ਤੋਂ ਸਿੱਖਣਾ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ 'ਚ ਜਿਉਣਾ, ਧਰਤੀ ਨੂੰ ਧਰਮਸ਼ਾਲਾ ਸਮਝ ਕੇ ਧਰਤੀ ਦੇ ਹਰ ਵਰਤਾਰੇ ਵਿੱਚੋਂ ਸਿੱਖਣਾ। ਅਸੀਂ ਵਰਤਾਰਿਆਂ ਨੂੰ ਰਿੜਕਦੇ ਹਾਂ, ਅਸੀਂ ਵਰਤਾਰਿਆਂ ਨੂੰ ਰਿੜਕ ਕੇ ਉਹ ਲੱਸੀ ਕੱਢ ਰਹੇ ਹਾਂ, ਮੱਖਣ ਉਹਦੇ 'ਚੋਂ ਪਾਸੇ ਰੱਖ ਦਿੰਦੇ ਹਾਂ। ਮੱਖਣ ਨਹੀਂ ਕੱਢਦੇ, ਵਰਤਦੇ ਨਹੀਂ, ਲੱਸੀ ਪੀ ਰਹੇ ਹਾਂ, ਉਹਦੇ 'ਚੋਂ ਸਵਾਦ ਰਸ ਮਾਣ ਰਹੇ ਹਾਂ, ਵਰਤਾਰਿਆਂ ਨੂੰ ਰਿੜਕ ਕੇ। ਗੁਰੂ ਕੇ ਗੁਰਸਿੱਖ ਸਮਾਜ ਦੇ ਹਰ ਵਰਤਾਰੇ ਤੋਂ ਸਿੱਖਦੇ ਨੇ। ਇਹ ਉਦੋਂ ਹੀ ਸੋਚ ਬਣੇਗੀ ਜਦੋਂ ਸੋਚ ਧਰਮਖੰਡ ਦੇ ਲੈਵਲ ਤੇ ਪਹੁੰਚਦੀ ਹੈ, ਸੁਭਾਅ ਧਰਮਖੰਡ ਦੇ ਲੈਵਲ ਤੇ ਪਹੁੰਚਦਾ ਹੈ। ਧਰਮਖੰਡ ਵਿੱਚ ਆਇਆ ਸੀ ਨਾ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਫਿਰ ਸਿੱਖੇਗਾ ਵਰਤਾਰਿਆਂ ਨੂੰ ਰਿੜਕ ਰਿੜਕ ਕੇ, ਅੰਦਰ ਨਫ਼ਰਤ ਤੇ ਰਿੜਕ ਰਿੜਕ ਕੇ ਨਿੰਦਾ ਦਾ ਕਾਲਾ ਰਸ ਜ਼ੁਬਾਨ ਤੇ ਨਹੀਂ ਰੱਖੇਗਾ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਦਾ 80ਵਾਂ ਸ਼ਬਦ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 10ਵਾਂ ਸ਼ਬਦ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸ਼ਬਦ ਵਿੱਚ ਕਹਿ ਰਹੇ ਨੇ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦੇ ਹਾਂ, ਜਦੋਂ ਧਿਆਨ ਨਾਲ ਪੜਾਂਗੇ, ਸਮਝ ਕੇ ਸਹਿਜੇ ਸਹਿਜੇ ਸਿੱਖਣ ਦਾ ਯਤਨ ਕਰਾਂਗੇ, ਤਾਂ ਅੰਦਰ ਗੁਰ ਸਰੂਪ ਗਿਆਨ ਦੇ ਮੋਤੀ ਬਣ ਕੇ, ਸਿੱਖਿਆਵਾਂ ਦੇ ਮੋਤੀ ਬਣ ਕੇ ਲੱਭਾ ਲੱਭ ਭਰਿਆ ਹੋਇਆ ਮੇਰੇ ਗੁਰ ਸਰੂਪ ਦਰਸ਼ਨ ਦੇਵੇਗਾ। ਗੁਰ ਸਰੂਪ, ਜਿਉਂ-ਜਿਉਂ ਗੁਰ ਸਰੂਪ ਨੂੰ ਸਮਝਾਂਗੇ, ਸਿੱਖਿਆ ਨੂੰ ਸਮਝਾਂਗੇ, ਭਾਵਨਾ ਬਣਾਵਾਂਗੇ ਮੈਂ ਜਿਉਣਾ ਹੈ ਮੇਰੇ ਗੁਰੂ ਦੇ ਕਹੇ ਅਨੁਸਾਰ, ਫਿਰ ਆਵਾਜ਼ ਮੇਰੇ ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਆਵਾਜ਼ ਸਤਿਗੁਰ ਸਰੂਪ ਦੇ ਦਰਸ਼ਨ ਹੋਣ। ਚਿੱਤ ਹੁੰਦਾ ਚੇਤਾ ਸ਼ਕਤੀ, ਫਿਰ ਉਸ ਨੂੰ ਯਾਦ ਰੱਖਣਾ ਮੇਰੇ ਗੁਰੂ ਸਾਹਿਬ ਕੀ ਕਹਿ ਰਹੇ ਨੇ, ਕੀ ਕਹਿ ਰਹੇ ਨੇ, ਯਾਦ ਰੱਖਣਾ। ਜਦੋਂ ਕਿਤੇ ਨਿੰਦਾ ਚੱਲਦੀ ਹੈ, ਮਨ ਨੂੰ ਲੱਗਦਾ ਇੱਥੇ ਦੋ ਚਾਰ ਗੱਲਾਂ ਮੈਂ ਵੀ ਕਵਾਂ, ਤੇ ਜੇ ਤੈਨੂੰ ਯਾਦ ਆ ਗਿਆ ਨਾ, ਕਰਨ ਨਾ ਸੁਣਾ ਕਾਹੂ ਕੀ ਨਿੰਦਾ, ਫਿਰ ਜਾਂ ਤਾਂ ਯਤਨ ਕਰੇਗਾ ਉੱਥੇ ਟੌਪਿਕ ਬਦਲ ਕੇ ਗੁਰੂ ਕਾ ਟੌਪਿਕ ਸ਼ੁਰੂ ਕਰਨ ਦੀ, ਜਾਂ ਫਿਰ ਉੱਥੋਂ ਉੱਠ ਕੇ ਤੁਰ ਪਵੇਂਗਾ। ਆਖੋ ਵਾਹਿਗੁਰੂ। ਫਿਰ ਆਪਣਾ ਟਾਈਮ ਮੈਨੇਜ ਕਰਨਾ ਆ ਜਾਏਗਾ, ਚੰਗੇ ਪਾਸੇ ਟਾਈਮ ਲਾਏਗਾ, ਆਪਣੀ એનર્ਜੀ ਚੰਗੇ ਪਾਸੇ ਲਾਏਗਾ।
ਚਿੱਤ ਲਾਇਆ, ਜਿਨ੍ਹਾਂ ਨੇ ਸਤਿਗੁਰ ਸਰੂਪ ਨੂੰ, ਗੁਰੂ ਦੀ ਉਸ ਆਵਾਜ਼ ਨੂੰ, ਜਿਹੜਾ ਸੱਚਾ ਗਿਆਨ ਹੈ, ਉਹਨੂੰ ਜ਼ਿੰਦਗੀ 'ਚ ਯਾਦ ਰੱਖਿਆ, ਚਿੱਤ ਲਾਇਆ, ਯਾਦ ਰੱਖਿਆ। ਸੇ ਪੂਰੇ ਪ੍ਰਧਾਨ ਪ੍ਰਧਾਨ ਮੰਨੇ ਪਰਮੰਨੇ ਜੀਵਨ ਆਈਡੀਅਲ ਆਦਰਸ਼ ਉਹ ਦੁਨੀਆ ਤੇ ਆਈਕਨ ਹੁੰਦੇ ਨੇ। ਐਸੇ ਜੀਵਨ ਦੁਨੀਆ ਦਾ ਧਿਆਨ ਆਪਣੇ ਆਪ ਉਹਨਾਂ ਜੀਵਨਾਂ ਵੱਲ ਜਾਂਦਾ। ਉਹ ਸਮਾਜ ਲਈ, ਕੌਮ ਲਈ ਉਹਨਾਂ ਦੀ ਕੋਈ ਦੇਣ ਹੁੰਦੀ ਹੈ। ਅਖਵਾ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ। ਇਹ ਨਿਸ਼ਾਨੀ ਹੈ। ਵਾਹਿਗੁਰੂ ਜੀ ਤਰਸ ਕਰਦੇ ਨੇ ਐਸੇ ਜੀਵਨ ਤੇ, ਉਹਨਾਂ ਦੇ ਮਨ ਵਿੱਚ ਗਿਆਨ ਪੈਦਾ ਹੁੰਦਾ ਹੈ। ਇਹਨੂੰ ਥੋੜਾ ਜਿਹਾ ਸਮਝੀਏ। ਜਿਸ ਨੂੰ ਯਾਦ ਰਹਿ ਗਿਆ ਨਾ, ਗੁਰੂ ਸਾਹਿਬ ਨੇ ਕਿਹਾ ਨਿੰਦਾ ਨਹੀਂ ਕਰਨੀ, ਉਹ ਬਚਨ ਲੱਗ ਜਾਏਗਾ। ਉਸੇ ਸਮੇਂ ਨੂੰ ਕੰਸਟਰਕਟਿਵ ਵਾਲੇ ਪਾਸੇ ਲਾਏਗਾ। ਉਹਦੀ ਜ਼ਿੰਦਗੀ ਦਾ ਕੁਝ ਤਜਰਬਾ ਹੋਏਗਾ। ਕੁਝ ਲੋਕ ਉਹਦੀ ਇਸ ਬਿਰਤੀ ਨੂੰ ਚੰਗਾ ਸਮਝਣਗੇ, ਕੁਝ ਲੋਕ ਉਹਦੀ ਇਸ ਬਿਰਤੀ ਨੂੰ ਮਾੜਾ ਸਮਝਣਗੇ। ਸਮਾਜਿਕ ਸੰਸਾਰਿਕ ਲਹਿਰਾਂ ਵਿੱਚੋਂ ਦੀ ਵਿਚਰਦਿਆਂ ਉਹਦੇ ਕੋਲ ਇੱਕ ਤਜਰਬਾ ਆਏਗਾ। ਉਹ ਤਜਰਬੇ ਵਿੱਚੋਂ ਜਿਹੜਾ ਗਿਆਨ ਉਪਜੇਗਾ, ਉਹ ਮਨ ਦੇ ਵਿੱਚ ਗੁਰੂ ਸਾਹਿਬ ਦਾ ਦਿੱਤਾ ਹੋਇਆ ਗਿਆਨ ਹੋਏਗਾ। ਖੋਆ ਤਿਨ ਉਪਜੈ ਮਨ ਗਿਆਨ। ਇਹ ਵਾਹਿਗੁਰੂ ਜੀ ਨੇ ਤਰਸ ਕਰਕੇ ਦਿੱਤਾ। ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਮਸਤਕ ਲਿਖਿਆ, ਨੋਟ ਕਰ ਲਿਓ, ਜਿਹਦੀ ਸੋਚ ਵਿੱਚ ਇਹ ਵਿਚਾਰਧਾਰਾ ਲਿਖੀ ਗਈ, ਜਿਹਦੀ ਸੋਚ ਲਿਖੀ ਗਈ। ਜਦੋਂ ਅਸੀਂ ਗੁਰੂ ਸਾਹਿਬ ਦੇ ਅਰਥ ਸਮਝਦੇ ਹਾਂ ਨਾ, ਜਿੰਨੀ ਕੁ ਸਿੱਖਿਆ ਸਮਝ ਆਉਂਦੀ ਹੈ, ਮੰਨਣ ਦੀ ਭਾਵਨਾ ਪੈਦਾ ਹੁੰਦੀ ਹੈ ਨਾ, ਇੱਕ ਸੋਚ ਬਣਦੀ ਹੈ, ਮੈਂ ਇਦਾਂ ਜਿਉਣਾ ਹੈ। ਉਹਨੂੰ ਕਹਿੰਦੇ ਨੇ ਮਸਤਕ ਦੇ ਲੇਖ। ਜਿਨ੍ਹਾਂ ਦੀ ਸੋਚ ਵਿੱਚ ਇਹ ਭਾਵਨਾ, ਇਹ ਸਿਦਕ, ਇਹ ਜਜ਼ਬਾ, ਤਿੰਨ ਚੀਜ਼ਾਂ ਹੁੰਦੀਆਂ। ਪਹਿਲੀ ਭਾਵਨਾ, ਮੈਂ ਇਦਾਂ ਜਿਉਣਾ ਹੈ, ਸੋਚ ਮੱਥੇ ਵਿੱਚ ਭਾਵਨਾ ਬਣ ਕੇ ਲਿਖੀ ਗਈ। ਫਿਰ ਅੰਦਰ ਜਜ਼ਬਾ ਆ ਗਿਆ, ਫਿਰ ਸਿਦਕ ਆ ਗਿਆ, ਜੈਸੇ ਮਰਜ਼ੀ ਹਾਲਾਤ ਹੋਣ, ਮੈਂ ਇਦਾਂ ਹੀ ਜਿਉਣਾ। ਉਹਨਾਂ ਨੇ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਨੂੰ ਵੀ ਪਾ ਲਿਆ ਤੇ ਧਿਆਨ ਰੂਪੀ ਨਾਮ ਨੂੰ ਵੀ ਪਾ ਲਿਆ। ਤਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਮਨ ਮੇਰੇ ਏਕੋ ਨਾਮ ਧਿਆਏ ਐ ਮਨਾ। ਵਾਹਿਗੁਰੂ ਜੀ ਦੇ ਗਿਆਨ ਰੂਪੀ ਤੇ ਧਿਆਨ ਰੂਪੀ ਨਾਮ ਵੱਲ ਧਿਆਨ ਰੱਖ, ਧਿਆ ਉਸ ਨੂੰ, ਜ਼ਿੰਦਗੀ 'ਚ ਜਿਉਂ। ਕਹਿਣ ਨਾਲ ਕੁਛ ਨਹੀਂ ਬਣਨਾ। ਫੈਸਲੇ ਲੈਣ ਤੋਂ ਪਹਿਲਾਂ ਧਿਆਨ ਵਾਹਿਗੁਰੂ ਜੀ ਵੱਲ ਹੋਵੇ, ਵਾਹਿਗੁਰੂ ਜੀ ਦਾ ਭੈ ਅੰਦਰ ਹੋਵੇ। ਦਾਤਾਂ ਵਰਤਣ ਲੱਗਿਆਂ ਦਾਤੇ ਦੀ ਯਾਦ ਹੋਵੇ, ਮਿੱਠੀ ਮਿੱਠੀ ਯਾਦ ਹਰ ਵੇਲੇ। ਗੁਰੂ ਸਾਹਿਬ ਦਾ, ਵਾਹਿਗੁਰੂ ਜੀ ਦਾ ਜਿਹੜਾ ਗਿਆਨ ਰੂਪੀ ਨਾਮ ਹੈ, ਉਹ ਗੁਰੂ ਦੇ ਕੋਲ ਹੈ, ਉਪਦੇਸ਼ ਬਣ ਕੇ ਹੈ। ਉਹ ਗਿਆਨ ਰੂਪੀ ਨਾਮ ਤੈਨੂੰ ਗੁਰ ਸਰੂਪ ਬਣ ਕੇ ਗੁਰਬਾਣੀ 'ਚ ਦਰਸ਼ਨ ਹੁੰਦੇ ਨੇ। ਉਹਦੀ ਆਵਾਜ਼ ਹੈ, ਗੁਰੂ ਕੀ ਕਹਿ ਰਹੇ ਨੇ, ਉਹ ਸੱਚਾ ਗਿਆਨ ਹੈ, ਸਤਿਗੁਰ ਸਰੂਪ ਹੈ। ਉਸ ਸਤਿਗੁਰ ਸਰੂਪ ਨੂੰ ਧਿਆਉਣਾ ਹੈ, ਧਿਆਨ ਰੱਖਣਾ ਹੈ, ਜ਼ਿੰਦਗੀ 'ਚ ਜਿਉਣਾ ਹੈ। ਸਰਬ ਸੁਖਾਂ ਸੁਖ ਉਪਜੈ ਦਰਗਾਹ ਪੈਂਦਾ ਜਾਏ ਰਹਾਓ। ਸਭ ਤੋਂ ਵੱਡਾ ਸੁਖ, ਅੰਦਰਲਾ ਆਨੰਦ, ਵਾਹਿਗੁਰੂ ਜੀ ਦੀ ਯਾਦ ਵਿੱਚੋਂ ਨਿਕਲਿਆ ਹੋਇਆ ਆਨੰਦ। ਗੁਰਮਤਿ ਅਨੁਸਾਰ, ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ, ਗੁਰਬਾਣੀ ਅਨੁਸਾਰ ਕਰਮ ਕਰਦਿਆਂ ਅੰਦਰ ਇੱਕ ਸੰਤੁਸ਼ਟੀ ਹੈ। ਉਹ ਅੰਦਰੋਂ ਹੀ ਉਪਜਿਆ ਹੋਇਆ ਇੱਕ ਸੁਖ ਹੈ। ਸਰਬ ਸੁਖਾਂ ਸੁਖ ਹੈ, ਸਭ ਤੋਂ ਉੱਤਮ ਸੁਖ ਹੈ। ਜਦੋਂ ਮਿਲ ਗਿਆ, ਇੱਥੇ ਸਿਧਾਂਤਿਕ ਸ਼ਬਦ ਵਰਤਿਆ ਗਿਆ, ਇਸ਼ਾਰਾ ਹੁੰਦਾ ਹੈ ਇਹਨਾਂ ਸ਼ਬਦਾਂ, ਦਰਗਾਹ ਪੈਂਦਾ ਜਾਏ, ਰੱਬ ਦੀ ਦਰਗਾਹ ਵਿੱਚ ਇਹਨੂੰ ਸਿਰੋਂ ਪਾਓ ਮਿਲ ਗਿਆ। ਰੱਬ ਦੀ ਦਰਗਾਹ 'ਚ ਸਿਰੋਂ ਪਾਓ ਸਿਧਾਂਤਿਕ ਸ਼ਬਦ ਹੈ ਕਿ ਬਖਸ਼ਿਸ਼ ਮਿਲ ਗਈ। ਜਿਸ ਤਰ੍ਹਾਂ ਦਾ ਜੀਵਨ ਆਮ ਮਨੁੱਖ ਨੂੰ ਜਿਉਣਾ ਔਖਾ ਲੱਗ ਰਿਹਾ, ਗੁਰਸਿੱਖ ਉਸ ਨੂੰ ਪਿਆਰ ਵਿੱਚ ਸਹਿਜੇ ਹੀ ਜਿਉ ਰਿਹਾ। ਉਹਦੇ ਅੰਦਰ ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ। ਅੰਦਰ ਜਿਹੜਾ ਜਨਮ ਮਰਨ ਚੱਲਦਾ ਹੈ ਨਾ, ਕਦੀ ਕੋਈ ਗੁਣ ਮਰ ਗਿਆ, ਕੋਈ ਬੁਰੀ ਆਦਤ ਆ ਗਈ,
ਕਦੀ ਪਿਆਰ ਬਣ ਗਿਆ, ਮਰ ਗਿਆ, ਨਫ਼ਰਤ ਆ ਗਈ। ਅਸੀਂ ਗੁਰੂ ਦੇ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ, ਅੰਦਰ ਇੱਕ ਆਨੰਦ ਰਸ ਬਣ ਗਿਆ। ਬਾਹਰ ਆ ਕੇ ਜਦੋਂ ਨਿੰਦਾ ਕਰਦੇ ਹਾਂ, ਉਹ ਰਸ ਮਰ ਗਿਆ, ਨਵਾਂ ਰਸ ਜਾਗ ਪਿਆ। ਅੰਦਰ ਜਨਮ ਮਰਨ ਚੱਲ, ਤੇ ਜਦੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਝਾਂਗੇ ਨਾ, ਜ਼ਿੰਦਗੀ ਜਿਉਵਾਂਗੇ, ਫਿਰ ਅੰਦਰ ਇੱਕ ਭੈ ਬਣਦਾ ਹੈ ਕਿ ਮੇਰੇ ਅੰਦਰ ਇਹ ਜਨਮ ਮਰਨ ਨਾ ਹੋਵੇ। ਫਿਰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜਿਉਣਾ ਗੋਪਾਲ ਦੀ ਭਗਤੀ ਬਣ ਜਾਂਦੀ ਹੈ। ਫਿਰ ਉਹ ਭੈ ਨਹੀਂ ਲੱਗਦਾ, ਉਹਨੂੰ ਮੈਨੇਜ ਕਰਨਾ ਆ ਜਾਂਦਾ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਸਾਧੂ ਸੰਗਤ ਮੇਰੇ ਗੁਰੂ ਦੀ ਸੰਗਤ, ਮਨ ਗੁਰੂ ਦੇ ਉਪਦੇਸ਼ਾਂ ਨੂੰ ਪਿਆਰ ਕਰੇ, ਜ਼ਿੰਦਗੀ 'ਚ ਮੰਨੇ ਗੁਰੂ ਦੀ ਸੰਗਤ, ਇਹਦੇ ਨਾਲ ਨਿਰਮਲਾ ਹੋਏਗਾ ਸੁਭਾਅ। ਇਸ ਤਰੀਕੇ ਨਾਲ ਵਾਹਿਗੁਰੂ ਜੀ ਆਪ ਸਾਡੇ ਸੁਭਾਅ ਦੀ ਸੋਚ ਦੀ ਪ੍ਰਤਪਾਲਨਾ ਕਰਦੇ ਨੇ, ਰੱਖਿਆ ਕਰਦੇ, ਸਾਨੂੰ ਰੂਹਾਨੀ ਖੁਰਾਕ ਦਿੰਦੇ। ਜਨਮ ਮਰਨ ਕੀ ਮਲ ਕੱਟੀ ਹੈ, ਗੁਰ ਦਰਸ਼ਨ ਦੇਖ ਨਿਹਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਜਦੋਂ ਗੁਰ ਸਰੂਪ ਸਮਝ ਆਉਂਦੀ ਹੈ ਨਾ, ਗੁਰ ਸਰੂਪ ਦੇ ਦਰਸ਼ਨ ਹੁੰਦੇ ਨੇ, ਤੇ ਮਨ ਨਿਹਾਲ ਹੋ ਜਾਂਦਾ ਹੈ, ਮਨ ਪਿਆਰ ਵਿੱਚ ਭਿੱਜ ਜਾਂਦਾ। ਮੈਂ ਇੱਦਾਂ ਜਿਉਣਾ, ਤੇ ਜਿਉਣ ਦਾ ਇੱਕ ਆਨੰਦ ਬਣ ਜਾਂਦਾ ਹੈ। ਉਹਦੇ ਨਾਲ ਅੰਦਰਲੇ ਜਨਮ ਮਰਨ ਦੀ ਜਿਹੜੀ ਮੈਲ ਹੈ ਨਾ, ਮੈਲ ਕੀ ਹੈ, ਆਦਤ, ਉਹ ਕੱਟੀ ਜਾਂਦੀ ਹੈ। ਥਾਨ ਥਨੰਤਰ ਰਬ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਫਿਰ ਮਹਿਸੂਸ ਹੁੰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪਾਰ ਬ੍ਰਹਮ ਪ੍ਰਭੂ ਜੀ ਹਰ ਥਾਂ ਤੇ, ਥਾਨ ਥਨੰਤਰ, ਹਰ ਥਾਂ ਤੇ ਰੱਬ ਰਹੇ ਨੇ। ਉਹਦੇ ਹਰ ਵਰਤਾਰੇ ਵਿੱਚੋਂ ਵਾਹਿਗੁਰੂ ਜੀ ਮਦਦਗਾਰ ਹੁੰਦੇ ਨੇ। ਹਰ ਵਰਤਾਰੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਬਣਦੀ ਹੈ। ਹਰ ਵਰਤਾਰੇ ਦੇ ਵਿੱਚੋਂ ਵਾਹਿਗੁਰੂ ਜੀ ਦੀ ਸਿੱਖਿਆ, ਉਪਦੇਸ਼, ਰੱਬੀ ਗਿਆਨ, ਗਿਆਨ ਰੂਪੀ ਨਾਮ ਪ੍ਰਾਪਤ ਹੋਈ ਜਾਂਦਾ ਹੈ। ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਈ। ਦਾਤਾ ਹਰ ਇੱਕ ਦਾ ਇੱਕੋ ਹੀ ਹੈ ਵਾਹਿਗੁਰੂ ਜੀ। ਦਾਤਾ ਹਰ ਇੱਕ ਨੂੰ ਦੇਈ ਜਾ ਰਹੇ ਨੇ। ਜਿਵੇਂ ਬੱਦਲ ਬਾਰਿਸ਼ ਦੀਆਂ ਬੂੰਦਾਂ ਧਰਤੀ ਤੇ ਭੇਜਦੇ ਨੇ ਨਾ, ਹਰ ਇੱਕ ਨੂੰ ਮਿਲਦੀਆਂ ਨੇ। ਜਿਹੜੀ ਖੇਤੀ ਸੰਵਾਰੀ ਹੁੰਦੀ ਹੈ, ਬੀਜ ਬੀਜਿਆ ਹੁੰਦਾ ਉੱਥੇ ਉੱਗਿਆ ਹੁੰਦਾ। ਜਿਹੜੀ ਸੰਵਾਰੀ ਨਹੀਂ, ਬੀਜ ਨਹੀਂ ਬੀਜਿਆ, ਉੱਥੇ ਉੱਗਦਾ ਨਹੀਂ। ਬਾਰਿਸ਼ ਹਰ ਇੱਕ ਤੇ ਇੱਕੋ ਜਿਹੀ ਹੈ। ਦਾਤਾ ਸਾਰਿਆਂ ਦਾ ਇੱਕੋ ਹੀ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ। ਇਸ ਸ਼ਰਨਾਈ ਛੁੱਟੀ ਹੈ, ਕੀਤਾ ਲੋੜੇ ਸੋ ਹੋਏ। ਕੂੜ ਕਬਾੜ ਕੁਸੰਗ ਦੇ ਰਸਾਂ ਆਦਤਾਂ ਤੋਂ ਖਹਿੜਾ ਛੁੱਟੇਗਾ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ, ਵਾਹਿਗੁਰੂ ਜੀ ਦੀ ਯਾਦ, ਭੈ ਭਾਵਨੀ ਵਸ ਗਈ ਨਾ, ਉਹ ਪੂਰੇ ਪ੍ਰਧਾਨ, ਉਹ ਆਈਡੀਅਲ ਨੇ, ਆਦਰਸ਼ ਜੀਵਨ ਹੈ, ਆਈਕੋਨ ਹੈ ਦੁਨੀਆ ਲਈ। ਉਹ ਮੰਨੇ ਪਰਮੰਨੇ ਗੁਰਸਿੱਖ ਨੇ। ਉਹਨਾਂ ਦਾ ਜੀਵਨ ਆਮ ਜੀਵਨ ਨਾਲੋਂ ਨਿਆਰਾ ਹੁੰਦਾ ਹੈ। ਉਹਨਾਂ ਦੀ ਸੋਚ, ਉਹਨਾਂ ਦਾ ਸੁਭਾਅ ਨਿਆਰਾ ਹੁੰਦਾ ਹੈ। ਉਹਨਾਂ ਦੇ ਕਰਮ ਸਮਾਜ ਦੇ, ਕੌਮ ਦੇ ਭਲੇ ਲਈ ਹੁੰਦੇ ਨੇ। ਤਿਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ। ਉਹਨਾਂ ਦਾ ਜੋ ਸਨਮਾਨ ਸਤਿਕਾਰ ਹੈ ਨਾ, ਉਹ ਨਿਰਮਲ ਹੁੰਦਾ ਹੈ। ਉਹਨਾਂ ਦੀ ਵਡਿਆਈ ਵੱਖਰੀ ਹੁੰਦੀ ਹੈ। ਦੁਨੀਆ ਉਸ ਵਡਿਆਈ ਨੂੰ ਮੇਟਣ ਦਾ ਯਤਨ ਕਰੇ ਨਾ, ਵਡਿਆਈ ਨੂੰ ਘਟਾਉਣ ਦਾ ਯਤਨ ਕਰੇ, ਰੱਬ ਦੀ ਬਖਸ਼ਿਸ਼ ਵਾਲੀ ਵਡਿਆਈ ਕਦੀ ਘਟਦੀ ਨਹੀਂ, ਮਿਟਦੀ ਨਹੀਂ। ਸਗੋਂ ਘਟਾਉਣ ਦਾ ਯਤਨ ਕਰਨ ਵਾਲਾ ਖੁਦ ਕਲੰਕਿਤ ਹੋ ਜਾਂਦਾ ਹੈ, ਖੁਦ ਸ਼ਰਮਿੰਦਾ ਹੁੰਦਾ ਹੈ। ਇੱਕ ਦਿਨ ਹਿਸਟਰੀ ਬਣ ਜਾਂਦੀ ਹੈ, ਇਹਨੇ ਕਿਹੋ ਜਿਹੇ ਜੀਵਨ ਦਾ ਵਿਰੋਧ ਕੀਤਾ ਸੀ। ਕਿਉਂਕਿ ਉਤੇ ਵਾਹਿਗੁਰੂ ਜੀ ਦੀਆਂ ਨਜ਼ਰਾਂ ਵਿੱਚ ਬਖਸ਼ਿਸ਼ ਦਾ ਪਾਤਰ ਜੀਵਨ ਹੁੰਦਾ ਹੈ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਧਿਆਇਆ, ਧਿਆਨ ਵਿੱਚ ਰੱਖਿਆ, ਉਹਨਾਂ ਦੀ ਭੈ ਭਾਵਨੀ ਵਿੱਚ, ਸ਼ੁਕਰਾਨੇ ਵਿੱਚ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਵਿੱਚ ਜੀਵਨ ਜਿਉਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਨਕ ਸ਼ਬਦ ਵਰਤ ਕੇ ਕਹਿੰਦੇ ਨੇ, ਹੇ ਨਾਨਕ ਜੀ, ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਭਾਵ ਉਹ ਜੀਵਨ ਦੀ ਵੈਲਿਊ ਹੈ, ਉਹ ਜੀਵਨ ਆਈਡੀਅਲ ਨੇ, ਆਈਕੋਨ ਨੇ। ਸਤਿਗੁਰੂ ਕਿਰਪਾ, ਗੁਰਬਾਣੀ ਵਿੱਚ ਜੋ ਗੁਰ ਉਪਦੇਸ਼ ਨੇ ਸਾਨੂੰ ਚੰਗੇ ਲੱਗਣ, ਉਹ ਸੰਸਾਰ ਜੀਵਨ ਜਿਉਈਏ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰ।